ਸਾਥੀਓ ਜੇ ਕੋਈ ਚੰਗਾ ਕੰਮ ਕਰੇ ਤੇ ਉਹਨੂੰ ਸਲਾਉਣਾ ਵੀ ਚਾਹੀਦਾ ਵਾ, ਉਹਦੀ ਹੌਸਲਾ ਅਫਜ਼ਾਈ ਵੀ ਕਰਨੀ ਚਾਹੀਦੀ ਹੈ। 3 ਦਿਨ ਪਹਿਲਾਂ ਜਿਹੜੀ ਪੰਜਾਬ 'ਚ ਘਟਨਾ ਵਾਪਰੀ ਹੈ, AIG ਵਿਜੀਲੈਂਸ ਮਨਮੋਹਨ ਸ਼ਰਮਾ ਜਿਨ੍ਹਾਂ ਨੂੰ ਸਾਬਕਾ ਕਾਂਗਰਸੀ ਮੰਤਰੀ ਤੇ ਮੌਜੂਦਾ ਜਿਹੜਾ BJP ਦਾ ਆਗੂ ਆ ਸ਼ਾਮ ਸੁੰਦਰ ਅਰੋੜਾ, ਉਹ 50 ਲੱਖ ਰੁਪਏ ਦੀ ਰਿਸ਼ਵਤ ਦੇਣ ਆਇਆ ਤੇ ਉਹਨਾਂ ਉੱਥੇ ਉਹਨੂੰ ਰੰਗੇ ਹੱਥੀ ਫੜ ਲਿਆ, ਉਹਨੂੰ ਦਬੋਚ ਲਿਆ ਤੇ ਫੜ ਕੇ ਅੰਦਰ ਦਿੱਤਾ। ਇਹਦੇ ਲਈ ਮਨਮੋਹਨ ਸ਼ਰਮਾ ਤੇ ਜਿਹੜੇ DG ਵਿਜੀਲੈਂਸ ਨੇ ਵਰਿੰਦਰ ਸ਼ਰਮਾ, ਇਹ ਦੋਵੇਂ ਵਧਾਈ ਦੇ ਪਾਤਰ ਨੇ। ਜਿੱਥੇ ਉਹਨਾਂ ਨੇ ਇਮਾਨਦਾਰੀ ਦਾ ਸਬੂਤ ਦਿੱਤਾ, ਉਹਦੇ ਨਾਲ ਨਾਲ ਉਹਨਾਂ ਦਲੇਰੀ ਵੀ ਵਿਖਾਈ ਆ। ਦਲੇਰੀ ਇਹ ਨਹੀਂ ਕਿ ਮੰਤਰੀ ਫੜਿਆ, ਮੰਤਰੀ ਪਹਿਲਾਂ ਵੀ ਬੜੇ ਫੜੇ ਪੰਜਾਬ ਦੇ ਵਿੱਚ। ਦਲੇਰੀ ਇਹ ਉਹਨਾਂ ਵਿਖਾਈ ਆ ਕਿ ਸਭ ਦੇ ਮਨ ਦੇ ਅੰਦਰ ਇੱਕ ਧਾਰਨਾ ਸੀ, ਸਮੇਤ ਮੇਰੇ, ਕਿ ਜਿਹੜਾ ਬੰਦਾ BJP ਦੇ ਵਿੱਚ ਸ਼ਾਮਲ ਹੋ ਜਾਂਦਾ ਵਾ ਉਹਨੂੰ ਨਾ ਤੇ ਵਿਜੀਲੈਂਸ ਹੱਥ ਪਾਉਂਦੀ ਹੈ ਤੇ ਨਾ ਆਮ ਆਦਮੀ ਪਾਰਟੀ ਦੀ ਸਰਕਾਰ ਉਹਨੂੰ ਹੱਥ ਪਾਉਣ ਲਈ ਹਰੀ ਝੰਡੀ ਦਿੰਦੀ ਹੈ। ਤੇ ਜਾਂ ਜਿਹੜੇ ਬੰਦੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਰਿਲੇਟਡ ਨੇ ਜਾਂ ਉਹਦੇ ਨਾਲ ਸ਼ਾਮਲ ਹੋਏ ਨੇ, ਉਹਨਾਂ ਨੂੰ ਨਹੀਂ ਫੜਿਆ ਜਾ ਰਿਹਾ, ਚਾਹੇ ਉਹ ਜਿੱਡੇ ਮਰਜ਼ੀ ਭ੍ਰਿਸ਼ਟ ਨੇ। ਇਹ ਸਾਰੇ ਭਰਮ ਭੁਲੇਖੇ ਦੂਰ ਕੀਤੇ ਮੇਰੇ ਵੀ ਤੇ ਜਿਹਨਾਂ ਦੇ ਮਨ ਦੇ ਵਿੱਚ ਇਹ ਗੱਲ ਸੀ ਉਹਨਾਂ ਦੇ ਵੀ। ਤੇ ਇਹਦੇ ਨਾਲ ਨਾਲ BJP 'ਚ ਸ਼ਾਮਲ ਹੋਣ ਵਾਲੇ ਜਿਹੜੇ ਭ੍ਰਿਸ਼ਟ ਲੋਕ ਆ, ਉਹਨਾਂ ਦੇ ਦਿਮਾਗ ਦੇ ਵਿੱਚੋਂ ਵੀ ਇਹ ਫਤੂਰ ਤੇ ਭੁਲੇਖਾ ਕੱਢਿਆ ਵੀ ਸ਼ਾਇਦ ਉਹ ਉੱਧਰ ਜਾ ਕੇ BJP ਦਾ ਓਟ ਆਸਰਾ ਲੈ ਕੇ ਉਹ ਵੱਜ ਜਾਣਗੇ। ਮੈਂ BJP ਦੇ ਵਿਰੁੱਧ ਨਹੀਂ ਆ ਤੇ ਨਾ ਹੀ ਮੈਂ ਆਮ ਆਦਮੀ ਪਾਰਟੀ ਦਾ ਮਹਿਤੀ ਆ, ਪਰ ਮੈਂ BJP ਨੂੰ ਵੀ ਇਹ ਕਹਿਣਾ ਚਾਹੁੰਦਾ, ਉਹਦੀ ਲੀਡਰਸ਼ਿਪ ਨੂੰ, ਕਿ ਇਹਨਾਂ ਨੂੰ ਸ਼ਾਮਲ ਕਰਨ ਤੋਂ ਪਹਿਲਾਂ ਇਹਨਾਂ ਦਾ ਪਿਛੋਕੜ ਤੇ ਜਾਂਚਿਆ ਕਰੋ, ਇਹਨਾਂ ਦਾ ਕਿਰਦਾਰ ਤੇ ਵੇਖਿਆ ਕਰੋ। ਇਹ ਹਮੇਸ਼ਾ ਯਾਦ ਰੱਖਣਾ ਚਾਹੀਦਾ BJP ਦੀ ਲੀਡਰਸ਼ਿਪ ਨੂੰ ਕਿ ਲੋਕਾਂ ਨੇ ਕਾਂਗਰਸ ਨੂੰ ਨਹੀਂ ਹਰਾਇਆ, ਲੋਕਾਂ ਨੇ ਇਹਨਾਂ ਚੋਰਾਂ ਨੂੰ ਹਰਾਇਆ। ਲੋਕ ਅੱਜ ਵੀ ਕਾਂਗਰਸ ਨੂੰ ਨਫ਼ਰਤ ਨਹੀਂ ਕਰਦੇ। ਇਹ ਜਿਹੜੇ ਕਾਂਗਰਸੀ ਚਿਹਰੇ ਸੀਗੇ ਜਿਨ੍ਹਾਂ ਨੂੰ ਤੁਸੀਂ ਲੈ ਰਹੇ ਹੋ ਜਾਂ ਜਿਨ੍ਹਾਂ ਨੂੰ ਹਰਾਇਆ, ਉਹਨਾਂ ਚਿਹਰਿਆਂ ਨੂੰ ਹਰਾਇਆ, ਨਾ ਕਿ ਕਾਂਗਰਸ ਨੂੰ। ਤੇ ਕੈਪਟਨ ਅਮਰਿੰਦਰ ਸਿੰਘ ਦੇ ਆਖੇ ਐਵੇਂ ਭੀੜ ਨਾ ਇਕੱਠੀ ਕਰੀ ਜਾਓ, ਉਹਦਾ ਤੇ ਆਪਣਾ ਕੁਝ ਨਹੀਂ ਬਚਿਆ ਪੰਜਾਬ ਦੇ ਵਿੱਚ। ਪੰਜਾਬ ਦੇ ਲੋਕ ਉਹਨੂੰ ਨਫ਼ਰਤ ਕਰਦੇ ਨੇ ਤੇ ਜੇ ਤੁਸੀਂ ਉਹਦੇ ਓਟ ਆਸਰਾ ਲੈ ਕੇ ਬੈਠੇ ਰਹੇ ਤੇ ਉਹਨੇ ਤੁਹਾਡੇ ਵੀ ਪੈਰ ਨਹੀਂ ਲੱਗਣ ਦੇਣੇ। ਜਿਹੜੇ ਬੰਦੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ BJP ਜੁਆਇਨ ਕਰ ਰਹੇ ਆ, ਮੈਂ ਉਹਨਾਂ ਦੀ ਹਾਲਤ ਦੇ ਉੱਤੇ ਮੈਨੂੰ ਤਰਸ ਆਉਂਦਾ ਕਿ ਤੁਹਾਡੀ ਉਹ ਹਾਲਤ ਆ ਕਿ ਜ਼ਮੀਰੋਂ ਤੇ ਸਰੀਰੋਂ ਹਾਰੇ ਇੱਕ ਦਗਾਬਾਜ਼ ਜਰਨੈਲ ਦੇ ਨਾਲ ਜਾ ਕੇ ਤੁਸੀਂ ਆਪਣਾ ਸੁਨਹਿਰਾ ਭਵਿੱਖ ਵੇਖ ਰਹੇ ਹੋ। ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ, ਤੁਹਾਡੀ ਹਾਲਤ ਪਤਾ ਕੀ ਬਣੀ ਆ ਜਿਹੜੇ ਬੰਦੇ ਉਹਦੇ ਨਾਲ ਜਾਂਦੇ ਨੇ, ਕਿ ਕੱਲ ਨੂੰ ਕੈਪਟਨ ਅਮਰਿੰਦਰ ਸਿੰਘ ਸਮਾਜਵਾਦੀ ਪਾਰਟੀ ਚਲ ਗਿਆ ਨਾ ਤੇ ਤੁਸੀਂ ਉੱਥੇ ਵੀ ਉਹਦੇ ਮਗਰ ਚਲ ਜਾਣਾ ਵਾ। ਤੁਹਾਡੀ ਹਾਲਤ ਉਹਦੇ ਵਰਗੀ ਆ ਵੀ ਤੁਸੀਂ ਜਿੱਥੇ ਜਿੱਥੇ ਉਹ ਜਾਊਗਾ ਪੂਛ ਲਾਉਂਦੇ ਤੁਸੀਂ ਉਹਦੇ ਮਗਰ ਜਾਣਾ। ਕਿ ਇੱਕ ਜਨਾਨੀ ਸੀ, ਉਹ ਕਿਸੇ ਮਰਾਸੀ ਦੇ ਨਾਲ ਵਿਆਹੀ ਸੀਗੀ। ਜਦੋਂ ਕਿਤੇ ਮਰਾਸੀ ਦੀ ਡੈਥ ਹੁੰਦੀ ਆ ਤੇ ਉਹ ਆਪਣਾ ਵਿਆਹ ਅੱਗੋਂ ਦਰਜੀ ਦੇ ਘਰ ਬਹਿ ਜਾਂਦੀ ਆ ਜਾ ਕੇ। ਉੱਥੇ ਕਿਤੇ ਮਾੜੀ ਕਿਸਮਤ ਨੂੰ ਦਰਜੀ ਵੀ ਮਰ ਜਾਂਦਾ ਵਾ ਤੇ ਉਹ ਆਪਣਾ ਜਿਹੜਾ ਵਸੇਬਾ ਲੈ ਕੇ ਤੇ ਕਿਸੇ ਸੈਦੋਂ ਦੇ ਘਰ ਬਹਿ ਜਾਂਦੀ ਆ। ਉਹਦੇ ਇੱਕ ਮੁੰਡਾ ਹੁੰਦਾ, ਉਹਨੂੰ ਕਿਤੇ ਕਿਸੇ ਨੇ ਪੁੱਛਿਆ ਵੀ ਤੇਰੇ ਪਿਓ ਦਾ ਕੀ ਨਾਂ ਹੈ, ਤੁਸੀਂ ਕੌਣ ਹੁੰਦੇ ਹੋ? ਤੇ ਉਹ ਅੱਗੋਂ ਪਤਾ ਕੀ ਕਹਿੰਦਾ, ਤੁਹਾਡੇ ਵਾਂਗੂ ਜਿਹੜੇ ਬੰਦੇ ਉਹਦੇ ਨਾਲ ਜਾਣ ਡਏ ਆ, ਉਹ ਅੱਗੋਂ ਜਵਾਬ ਦਿੰਦਾ ਵੀ ਪਹਿਲਾਂ ਅਸੀਂ ਮੀਰ ਮਰਾਸੀ, ਫੇਰ ਹੋਏ ਅਸੀਂ ਦਰਜੀ, ਅੱਜ ਕੱਲ ਸਾਨੂੰ ਸੈਦੋਂ ਕਹਿੰਦੇ, ਅੱਗੋਂ ਮਾਂ ਦੀ ਮਰਜ਼ੀ, ਵੀ ਜਿੱਧਰ ਨੂੰ ਲਈ ਜਾਊਗੀ ਉਧਰ ਨੂੰ ਤੁਰੇ ਜਾਵਾਂਗੇ। ਸੋ ਮੈਂ BJP ਵਾਲਿਆਂ ਨੂੰ ਕਹਿੰਦਾ ਕਿ ਚੱਜ ਦੇ ਬੰਦੇ ਸ਼ਾਮਲ ਕਰੋ ਜੇ ਪੰਜਾਬ ਦੇ ਵਿੱਚ ਤੁਸੀਂ ਆਪਣਾ ਭਵਿੱਖ ਵੇਖਦੇ ਹੋ। ਇਹਦੇ 'ਚ ਸੋਚਣ ਵਿਚਾਰਨ ਵਾਲੀ ਗੱਲ ਹੈ ਕਿ ਜਿਹੜਾ ਸ਼ਾਮ ਸੁੰਦਰ ਅਰੋੜਾ ਜਿਨੇ 50 ਲੱਖ ਰੁਪਏ ਦੀ ਰਿਸ਼ਵਤ ਦਿੱਤੀ ਤੇ ਇਸ ਤੋਂ ਵੱਧ ਉਹ ਦੇਣਾ ਚਾਹੁੰਦਾ ਸੀਗਾ, ਕਿ ਜਿਹੜਾ ਬੰਦਾ ਐਟ ਏ ਟਾਈਮ 50 ਲੱਖ ਰੁਪਈਆ ਲੈ ਕੇ ਇੱਕ ਵਿਜੀਲੈਂਸ ਦੇ ਅਫਸਰ ਕੋਲ ਆ ਗਿਆ ਵੀ ਮੇਰੀ ਜਾਨ ਛੱਡ, ਉਹ ਮੰਤਰੀ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਕਿੰਨੇ ਪੈਸੇ ਦਿੰਦਾ ਹੋਊਗਾ, ਇਹਦੀ ਵੀ ਜਾਂਚ ਹੋਣੀ ਜ਼ਰੂਰੀ ਆ। ਤੇ ਉਹਨੇ ਅੱਖਾਂ ਕਿਉਂ ਬੰਦ ਕਰ ਰੱਖੀਆਂ ਸੀਗੀਆਂ? ਕੇਸ ਤੇ ਉਹਦੇ ਵੇਲੇ ਦਾ ਹੀ ਆ। ਮੈਨੂੰ ਇਹ ਨਹੀਂ ਪਤਾ ਕਿ ਸਰਕਾਰ ਜਿਹੜੀ ਉਹ ਪੰਜਾਬ 'ਚ ਕੀ ਕਰਨਾ ਚਾਹੁੰਦੀ ਹੈ, ਉਹਦੀ ਨੀਤੀ ਤੇ ਨੀਅਤ ਕੀ ਕਹਿੰਦੀ ਹੈ ਪੰਜਾਬ ਲਈ। ਪਰ ਇੱਕ ਗੱਲ ਦੀ ਮੈਂ ਸਿਫਤ ਜ਼ਰੂਰ ਕਰਦਾ ਕਿ ਜਿਹੜਾ ਸਰਕਾਰ ਨੇ DGP ਵਿਜੀਲੈਂਸ ਲਾਇਆ ਵਰਿੰਦਰ ਸ਼ਰਮਾ ਜੀ, ਉਹ ਕਦਮ ਬਿਲਕੁਲ ਸਰਕਾਰ ਦਾ ਸ਼ਲਾਘਾਯੋਗ ਆ। ਉਹ ਸਾਡੇ ਇੱਥੇ ਕਮਿਸ਼ਨਰ ਵੀ ਰਹੇ ਆ। ਮੈਂ ਕਦੀ ਕਿਸੇ ਦੀ ਚਾਪਲੂਸੀ ਨਹੀਂ ਕੀਤੀ, ਹਾਂ, ਪਰ ਜਿਹੜਾ ਬੰਦਾ ਚੰਗਾ ਨੂੰ ਚੰਗਾ ਜ਼ਰੂਰ ਕਹਿੰਦਾ, ਜਦੋਂ ਕੋਈ ਕੁਤਾਹੀ ਸਾਹਮਣੇ ਆਊਗੀ ਤੇ ਨਿੰਦੂਗਾ ਵੀ ਜ਼ਰੂਰ। ਉਹਨਾਂ ਦੀ ਇਮਾਨਦਾਰੀ ਦੇ ਉੱਤੇ ਕੋਈ ਸ਼ੱਕ ਨਹੀਂਗਾ। ਜਿਸ ਤਰੀਕੇ ਦੇ ਨਾਲ ਉਹ ਕੰਮ ਕਰ ਰਹੇ ਆ, ਤਾਂ ਜਿਸ ਤਰੀਕੇ ਦੇ ਨਾਲ ਉਹਨਾਂ ਥੋੜੇ ਮਹੀਨਿਆਂ 'ਚ ਕੰਮ ਕੀਤਾ ਵਿਜੀਲੈਂਸ ਡਿਪਾਰਟਮੈਂਟ ਨੇ, ਕਿ ਭ੍ਰਿਸ਼ਟਾਚਾਰੀ ਜਿਹੜੇ ਭ੍ਰਿਸ਼ਟ ਸਿਆਸਤਦਾਨ ਆ, ਉਹਨਾਂ ਦੇ ਸਿਰ ਦੇ ਉੱਤੇ ਇੱਕ ਖੌਫ ਜਿਹੜਾ ਮੰਡਰਾਉਣ ਲੱਗ ਪਿਆ, ਜਿਹੜਾ ਪਿਛਲੇ 20 ਸਾਲਾਂ ਤੋਂ ਮੁੱਕ ਚੁੱਕਾ ਸੀਗਾ। ਪੋਲੀਟੀਸ਼ੀਅਨ ਜਿੰਨਾ ਮਰਜ਼ੀ ਪੈਸਾ ਖਾਂਦੇ ਸੀਗੇ, ਡਰਦੇ ਨਹੀਂ ਸੀ, ਕਿਉਂਕਿ ਕਾਲੀ ਖਾ ਗਏ, ਕਾਂਗਰਸੀ ਆ ਕੇ ਉਹਨਾਂ ਨੂੰ ਕੁਝ ਨਹੀਂ ਸੀ ਕਹਿੰਦੇ, ਕਾਂਗਰਸੀ ਖਾ ਗਏ ਤੇ ਕਾਲੀ ਉਹਨਾਂ ਨੂੰ ਆ ਕੇ ਕੁਝ ਨਹੀਂ ਸੀ ਕਹਿੰਦੇ। ਉਹ ਜਿਹੜਾ ਡਰ ਦੁਬਾਰਾ ਪੈਦਾ ਕੀਤਾ ਪੋਲੀਟੀਸ਼ੀਅਨ ਦੇ ਮਨ ਦੇ ਵਿੱਚ, ਉਹ ਬਿਲਕੁਲ ਵਿਜੀਲੈਂਸ ਨੇ ਠੀਕ ਪੈਦਾ ਕੀਤਾ ਔਰ ਸਰਕਾਰ ਨੇ ਠੀਕ ਪੈਦਾ ਕੀਤਾ ਕਿ ਜਵਾਬਦੇਹੀ ਤੈਅ ਕੀਤੀ ਹੈ ਔਰ ਜਵਾਬਦੇਹੀ ਹੋਣੀ ਚਾਹੀਦੀ ਹੈ ਸੂਬੇ ਦੇ ਵਿੱਚ। ਜੇ ਤੁਹਾਨੂੰ ਕਿਸੇ ਜ਼ਿੰਮੇਵਾਰ ਪੋਸਟ ਦੇ ਉੱਤੇ ਬਿਠਾਇਆ ਜਾਂਦਾ ਤੇ ਸੂਬੇ ਦੀ ਬਦਕਿਸਮਤੀ ਵੇਖੋ।
ਇੱਕ ਬੰਦਾ 50 ਲੱਖ ਰੁਪਏ ਦੀ ਰਿਸ਼ਵਤ ਦੇ ਨਾਲ ਫੜਿਆ ਗਿਆ। ਵਿਰੋਧੀਆਂ ਲਈ ਇਹ ਕਿੰਨਾ ਵੱਡਾ ਮੁੱਦਾ ਹੋਣਾ ਚਾਹੀਦਾ ਸੀਗਾ। ਨਾ ਕਾਂਗਰਸੀ ਬੋਲ ਰਹੇ ਆ, ਕਾਂਗਰਸੀ ਤੇ ਚਲੋ ਨਾ ਬੋਲਣ ਕਿਉਂਕਿ ਉਹਨਾਂ ਦੀ ਸਰਕਾਰ ਵੇਲੇ ਘਪਲਾ ਆ, ਨਾ ਅਕਾਲੀ ਬੋਲ ਰਹੇ ਆ। ਫਿਰ ਲੋਕਾਂ ਨੇ ਠੀਕ ਅੰਦਾਜ਼ਾ ਲਾ ਕੇ ਤੁਹਾਨੂੰ ਦੋਵਾਂ ਨੂੰ ਗਲੋਂ ਲਾਇਆ ਸੀ ਨਾ ਕਿ ਕਾਂਗਰਸੀ ਤੇ ਅਕਾਲੀ ਚੋਰ ਕੁੱਤੀ ਰਲੇ ਨੇ, ਇਹਨਾਂ ਦਾ ਫਿਕਸ ਮੈਚ ਸੀਗਾ ਵੀ ਚੋਰ ਚੋਰ ਮਸੇਰੇ ਭਾਈ। ਲੋਕਾਂ ਨੇ ਬਿਲਕੁਲ ਠੀਕ ਸਲੂਕ ਕੀਤਾ ਤੁਹਾਡੇ ਨਾਲ। ਹੈਰਾਨੀ ਤੇ ਦੁੱਖ ਇਸ ਗੱਲ ਦਾ ਵੀ ਹੁੰਦਾ ਕਿ 20 ਸਾਲ ਪਹਿਲਾਂ ਇਹਨਾਂ ਦੋ ਸਰਕਾਰਾਂ ਤੋਂ ਪਹਿਲਾਂ ਜਿਹੜੀਆਂ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਵਾਲੀਆਂ ਰਹੀਆਂ ਨੇ, 20 ਸਾਲ ਪਹਿਲਾਂ ਜਦੋਂ ਕਿਤੇ ਦੇਸ਼ ਦੇ ਵਿੱਚ ਸੂਬੇ ਦੇ ਵਿੱਚ ਕਿਸੇ ਮੰਤਰੀ ਦੇ ਉੱਤੇ ਕਿਸੇ ਐਮਐਲਏ ਦੇ ਉੱਤੇ ਜੇ ਕਿਸੇ ਭ੍ਰਿਸ਼ਟਾਚਾਰ ਦਾ ਦੋਸ਼ ਲੱਗਦਾ ਸੀਗਾ ਤੇ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੰਦਾ ਸੀਗਾ, ਚਾਹੇ ਉਹ ਮੰਤਰੀ ਹੋਵੇ, ਚਾਹੇ ਐਮਐਲਏ ਹੋਵੇ ਤੇ ਚਾਹੇ ਉਹ ਪਾਰਟੀ ਦਾ ਅਹੁਦੇਦਾਰ ਹੋਵੇ। ਤੇ ਉਨੀ ਦੇਰ ਤੱਕ ਦੁਬਾਰਾ ਉਹਨੂੰ ਨਾ ਤੇ ਟਿਕਟ ਮਿਲਦੀ ਸੀ ਤੇ ਨਾ ਕੋਈ ਅਹੁਦਾ ਮਿਲਦਾ ਸੀਗਾ ਜਿੰਨਾ ਚਿਰ ਉਹ ਪਾਕ ਸਾਫ਼ ਬਰੀ ਨਹੀਂ ਹੋ ਜਾਂਦਾ। ਤੇ ਹੁਣ ਕਲਯੁਗ ਵੇਖੋ, ਜੇ ਬੰਦਾ ਕੋਈ ਕਰਪਸ਼ਨ 'ਚ ਫੜਿਆ ਜਾਂਦਾ ਤੇ ਪਾਰਟੀਆਂ ਉਹਦੇ ਮਗਰ ਧਰਨੇ ਲਾਉਂਦੀਆਂ ਨੇ, ਭ੍ਰਿਸ਼ਟ ਲੋਕਾਂ ਦੇ, ਉਹਨਾਂ ਦੇ ਬਚਾਅ ਲਈ ਧਰਨੇ ਲਾਏ ਜਾਂਦੇ ਨੇ। ਇਹਦੇ 'ਚ ਇਕੱਲੇ ਕਾਂਗਰਸੀ ਨਹੀਂ, ਚਾਹੇ ਅਕਾਲੀ ਹੋਣ, ਚਾਹੇ ਕਾਂਗਰਸੀ ਹੋਣ, ਚਾਹੇ ਆਮ ਆਦਮੀ ਪਾਰਟੀ ਵਾਲੇ ਹੋਣ। ਆਪ ਦੇ ਵੀ ਮੰਤਰੀ ਫੌਜਾ ਸਿੰਘ ਸਰਾਰੀ, ਮੈਂ ਤਾਂ ਉਹਦਾ ਨਾਂ ਪਾਇਆ ਫਰਾਰੀ, ਵੀ ਇੰਨੀ ਕਰਪਸ਼ਨ 'ਚ ਸਪੀਡ ਉਹਨੇ ਫੜੀ ਸੀਗੀ ਵੀ ਬਣਨ ਤੋਂ ਪਹਿਲਾਂ ਹੀ ਕਿ ਫੌਜਾ ਸਿੰਘ ਸਰਾਰੀ, ਉਹਦੀ ਇੱਕ ਆਡੀਓ ਜਿਹੜੀ ਉਹ ਲੀਕ ਹੋਈ, ਉਹਦੇ ਓਐਸਡੀ ਨੇ ਇਲਜ਼ਾਮ ਲਾਏ ਔਰ ਉਹਦੇ ਵਿੱਚ ਉਹਦੀ ਆਵਾਜ਼ ਉਹਦੀ ਹੈ। ਉਹਦੇ ਨਾਲ ਕਈ ਹੋਰ ਐਮਐਲਏ ਪੰਜਾਬ ਦੇ ਵਿੱਚ ਕਰਪਸ਼ਨ ਦਾ ਤੇ ਗੁੰਡਾਗਰਦੀ ਦਾ ਨਾਚ ਕਰਦੇ ਆ। ਉਹਨਾਂ ਨੂੰ ਵੀ ਨਾਲ ਨੱਥ ਪਾਉਣੀ ਤੇ ਹੱਥ ਪਾਉਣਾ ਬਹੁਤ ਜ਼ਿਆਦਾ ਜ਼ਰੂਰੀ ਆ। ਮੈਂ ਮਾਨ ਸਾਹਿਬ ਨੂੰ ਵੀ ਕਹਿੰਦਾ ਕਿ ਬਾਕੀਆਂ ਦੇ ਉੱਤੇ ਤੇ ਬਹੁਤ ਸਖਤੀ ਹੈ, ਇਹਨਾਂ ਲੋਕਾਂ ਦੇ ਉੱਤੇ ਤੁਹਾਡੀ ਮਿਹਰਬਾਨੀ ਆਮ ਆਦਮੀ ਪਾਰਟੀ ਦੀ ਤੇ ਦਸਤੇ ਕਰਮ ਕਿਉਂ ਹੈ ਮਾਨ ਸਾਹਿਬ? ਤੁਸੀਂ ਤੇ ਮੈਂ ਤਾਂ ਤੁਹਾਨੂੰ ਇੱਕ ਸਲਾਹ ਦਊਂਗਾ ਕਿ ਉਹਦੇ ਨਾਲ ਜਿਹੜੇ ਤੁਸੀਂ ਵਿਰੋਧੀਆਂ ਨੂੰ ਟੰਗ ਰਹੇ ਹੋ, ਜੇ ਆਪਣੇ ਬੰਦੇ ਵੀ ਕੋਈ ਗਲਤੀ ਕਰਦੇ ਆ ਤੇ ਮਿਸਾਲ ਪੈਦਾ ਕਰੋ, ਇਹਨਾਂ ਨੂੰ ਵੀ ਉਹੀ ਸਜ਼ਾ ਦੇਣੀ ਚਾਹੀਦੀ ਆ। ਇਹ ਦੋ ਲੈਣਾ ਮੈਂ ਤੁਹਾਡੇ ਲਈ ਕਹਿਣ ਲੱਗਾ ਮਾਨ ਸਾਹਿਬ कि करप्शन के खिलाफ ये अभियान चला दो, करप्शन के खिलाफ ये अभियान चला दो, श्याम सुंदर और धर्मसोत की हस्ती को मिटा दो। इंसाफ हो रहा है, इंसाफ हो रहा है तो इंसाफ खुल के हो। फौजा सिंह सरारी को भी सूली पे चढ़ा दो, मतलब उन्होंने को छड्या जांदा। आप मुखी केजरीवाल ते सीएम जिहड़े भगवंत मान ने, उन्होंने मेरी सलाह है, उन्होंने मेरी बेनती है, जे सलाह नहीं चंगी लगती मेरी रिक्वेस्ट है एक पंजाबी होने के नाते कि गलत काम करने वाले एमएलए तो डरन की लोड़ नहीं, भावें वो तुहाडी पार्टी दे ने, उन्हां तो डरना छड्डो। अपने मन दे विचों ये डर कड्डो कि तुहाडी सरकार डिग सकती है जां ये बागी हो सकते हैं। इस कैपेसिटी के मालक नहीं, क्योंकि इन्हों तो लोड़ तो ही पहला बहुत कुछ वध मिलिया है। तुहानूं बागी कित्थों होके विखाउणगे? 92 एमएलए ने तुहाडे कोल, किते नहीं तुहाडी सरकार डिगणी। विजिलेंस वालियां नूं अपने बंदियां ते कार्रवाई करन लई भी फ्री हैंड छड्डो। चंगा स्वच्छ जिहड़ा साफ सुथरा प्रशासन दो, उन्होंने फ्री हैंड छड्डो। विजिलेंस वालियां नूं मैं तुहानूं लिख के दिना कि जिन्ने तुहाडे एमएलए दे उत्ते परचे आ जां जिन्ने घटिया दर्जे दे करप्ट आ, विजिलेंस ने 5 साल बागी नहीं होने देने, ते विजिलेंस वालियां तुहाडी सरकार नहीं टुटन देनी है। मेरे को लिखा लो तुसी भी इन्हां नूं ते जदों मर्जी जूड़ लो, तुसी जदों मर्जी इन्हां दी धौण नूं हत्थ पा लो। बेईमान बंदे भी कदी बगावत करदे हुंदे आ। जे सच च सूबे दा भला चाहुंदे हो ते सूबे दे अफसर ते हर पॉलिटिशियन ते, चाहे वह किसी पार्टी का भी होवे, उहदे मन दे विच एक खौफ होना चाहिए भ्रिष्टाचार के प्रति, उहदी जवाबदेही तय होनी चाहिए आ। उन्हां नूं इह समझ लेना चाहिए कि सियासत ते जिहड़ी ये अफसरशाही आ, नौकरशाही आ, ये सेवा ते जिम्मेवारी है। ये कोई तुहाडी अयाशी करन दा अड्डा नहीं भी खादा पीता ते गांह चले जो इत्थों इंजॉय करो ते अपने बच्चे बाहर सैट कर लो। इस जिहड़ी सेवा है ते तुहाडी जिम्मेवारी है, ते ये सब करन लई पंजाब दे जिन्ने भी भ्रिष्टाचारी रोकू दस्ते आ, चाहे वह पुलिस नाल संबंधित है विजिलेंस पुलिस, चाहे वह पुड्डा विजिलेंस है, चाहे वह लोकल बॉडी विजिलेंस है, चाहे वह खेतीबाड़ी नाल रिलेटेड विजिलेंस है, उन्हां सारिआं नूं वध ताकतां ते तगड़ा करन दी लोड़ है। निगाह उन्हां दे उत्ते भी रखनी चाहिदी है भी वो कुछ गलत ना कर। इस मसले दे विच हरियाणा जिहड़ा वो साडे नालों किते अगे आ। साडे इत्थे जे किसी आईएएस आईपीएस पीसीएस के खिलाफ कोई शिकायत आउंदी आ भ्रिष्टाचार लई, ਉਹਦੀ ਜਾਂਚ ਲਈ ਸਰਕਾਰ ਕੋਲੋਂ ਪਰਮਿਸ਼ਨ ਲੈਣੀ ਪੈਂਦੀ ਹੈ, ਚੀਫ ਸੈਕਟਰੀ ਕੋਲੋਂ ਜਾਂ ਸੰਬੰਧਿਤ ਮਹਿਕਮੇ ਕੋਲੋਂ, ਔਰ ਉਹ ਪਰਮਿਸ਼ਨਾਂ ਬਦਕਿਸਮਤੀ ਹੈ 14 ਸਾਲ ਤੋਂ 2008-9 ਤੋਂ ਲੈ ਕੇ ਹੁਣ ਤੱਕ ਪੈਂਡਿੰਗ ਨੇ, ਕਿਉਂਕਿ ਭ੍ਰਿਸ਼ਟਾਚਾਰ ਜਿਹੜਾ ਉਹ ਥੱਲੇ ਹੋ ਕੇ ਤੇ ਉੱਪਰਲੇ ਲੈਵਲ ਤੱਕ ਹੋਇਆ ਹੁੰਦਾ ਚੀਫ ਸੈਕਟਰੀ ਤੱਕ, ਉਹਦੇ ਵਿੱਚ ਉਹ ਪਰਮਿਸ਼ਨ ਦਿੰਦੇ ਹੀ ਨਹੀਂ ਆਪਣੇ ਬੰਦਿਆਂ ਦੇ ਖਿਲਾਫ, ਜਿਹਦੇ ਕਰਕੇ ਉਹ ਕਾਬੂ ਹੀ ਨਹੀਂ ਆਉਂਦੇ, ਰਿਟਾਇਰ ਹੋ ਜਾਂਦੇ ਆ। ਔਰ ਅੱਗੋਂ ਤਰਾਸਦੀ ਵੇਖੋ, ਜਿਹੜੇ ਬੰਦੇ ਰਿਟਾਇਰ ਹੋ ਜਾਂਦੇ ਆ, ਚਾਹੇ ਉਹ ਆਈਪੀਐਸ ਹੈ, ਚਾਹੇ ਆਈਐਸ ਹੈ, ਚਾਹੇ ਪੀਸੀਐਸ ਹੈ,
ਰਿਟਾਇਰਡ ਬੰਦੇ ਲਈ ਵੀ ਮਹਿਕਮੇ ਕੋਲੋਂ ਪਰਮਿਸ਼ਨ ਦੀ ਲੋੜ ਪੈਂਦੀ ਹੈ, ਜਿਹੜੀ ਮਹਿਕਮਾ ਪਰਮਿਸ਼ਨ ਹੀ ਨਹੀਂ ਦਿੰਦਾ। ਕਾਗਜ਼ਾਂ ਪੱਤਰਾਂ 'ਚ ਤੁਸੀਂ ਇਹਨਾਂ ਦੀਆਂ ਰਿਪੋਰਟਾਂ ਮੰਗਾ ਸਕਦੇ ਹੋ। 15 ਸਾਲ ਤੋਂ ਪਰਮਿਸ਼ਨਾਂ ਪੈਂਡਿੰਗ ਨੇ, ਜਿਹੜੀਆਂ ਦਿੱਤੀਆਂ ਹੀ ਨਹੀਂ ਗਈਆਂ। ਕਈ ਬੰਦੇ ਮਰ ਖੱਪ ਗਏ ਤੇ ਕਈ ਬਾਹਰ ਚਲੇ ਗਏ। ਸਾਡੇ ਨਾਲੋਂ ਤੇ ਹਰਿਆਣਾ ਕਿਤੇ ਅੱਗੇ ਨਿਕਲ ਗਿਆ। ਹਾਂ, ਕਈ ਮਸਲੇ ਹਰਿਆਣੇ ਨਾਲ ਸਾਡੇ ਹੋ ਸਕਦੇ ਨੇ, ਚਾਹੇ ਪਾਣੀਆਂ ਦਾ, ਪਰ ਜੇ ਕੋਈ ਚੰਗੇ ਕੰਮ ਕਰਦਾ ਤੇ ਉਹ ਤੋਂ ਸੇਧ ਵੀ ਲੈਣੀ ਚਾਹੀਦੀ ਆ। ਹਰਿਆਣੇ 'ਚ ਇਹੋ ਜੀ ਰੋਕ, ਆ ਪੇਪਰ ਹੈ, ਆ 24 ਜੁਲਾਈ ਜਿਹੜੀ ਪਿਛਲੀ ਲੰਘ ਕੇ ਗਈ ਹੈ, ਉਦੋਂ ਇਹ ਰੋਕ ਜਿਹੜੀ ਉਹ ਹਟਾ ਦਿੱਤੀ ਗਈ ਕਿ ਹਰਿਆਣੇ ਦੇ ਵਿੱਚ ਚਾਹੇ ਕੋਈ ਕਰਪਟ ਅਫਸਰ ਹੈ, ਚਾਹੇ ਉਹ IAS ਹੈ, ਚਾਹੇ PCS ਹੈ, ਚਾਹੇ IPS ਹੈ, ਉਹਦੇ ਉੱਤੇ FIR ਦਰਜ ਹੋ ਸਕਦੀ ਹੈ, ਉਹਦੀ ਇਨਵੈਸਟੀਗੇਸ਼ਨ ਹੋ ਸਕਦੀ ਹੈ। ਹਾਂ, ਜਦੋਂ ਚਲਾਨ ਪੇਸ਼ ਕਰਨਾ ਜਾਂ ਜਦੋਂ ਉਹਦੀ ਅਰੈਸਟ ਪੈਣੀ ਹੈ, ਉਦੋਂ ਉਹਦੀ ਪਰਮਿਸ਼ਨ ਦੀ ਜਿਹੜੀ ਉਹ ਲੈਣੀ ਜ਼ਰੂਰੀ, ਉਦੋਂ ਉਹਦੀ ਮਨਜ਼ੂਰੀ ਇਹ ਲੈਣੀ ਜ਼ਰੂਰੀ ਹੈ। ਜੇ ਹਰਿਆਣਾ ਇਹ ਕੰਮ ਕਰ ਸਕਦਾ ਤੇ ਪੰਜਾਬ ਦੇ ਵਿੱਚ ਤੇ ਫਿਰ ਇਨਕਲਾਬੀਆਂ ਨੇ ਸਹੁੰ ਖਾਧੀ ਸੀ ਸ਼ਹੀਦ ਭਗਤ ਸਿੰਘ ਦੀ ਸੋਚ ਦੇ ਉੱਤੇ ਤੇ ਉਹਦੀ ਜਗ੍ਹਾ ਦੇ ਉੱਤੇ ਜਾ ਕੇ। ਫਿਰ ਇਹ ਪੰਜਾਬ ਦੇ ਵਿੱਚ ਇਹ ਸਾਰਾ ਕੁਝ ਕਿਉਂ ਨਹੀਂ ਹੋ ਸਕਦਾ? ਇਸ ਤਰਜ਼ ਦੇ ਉੱਤੇ ਪਰਮਿਸ਼ਨ ਸਾਡੇ ਲੋਕਾਂ ਨੂੰ ਕਿਉਂ ਨਹੀਂ ਦਿੱਤੀ ਜਾ ਸਕਦੀ? ਇਹ ਕਿਹੋ ਜਿਹਾ ਲੋਕਤੰਤਰ ਹੈ ਯਾਰ ਕਿ ਜਿਹੜੇ ਚੋਰ ਨੂੰ ਸਰਕਾਰ ਫੜ ਹੀ ਨਹੀਂ ਸਕਦੀ, ਚਾਹੇ ਚੋਰ ਕੋਈ ਛੋਟਾ ਹੋਵੇ, ਚਾਹੇ ਉਹ IAS ਹੋਵੇ, ਚਾਹੇ PCS ਹੋਵੇ, ਚਾਹੇ ਜਿੱਡਾ ਮਰਜ਼ੀ ਵੱਡਾ ਹੋਵੇ, ਉਹਦੇ ਵਿੱਚ ਪਰਮਿਸ਼ਨ ਲੈਣ ਦੀ ਕੀ ਲੋੜ ਹੈ ਜਦੋਂ ਪਤਾ ਲੱਗ ਗਿਆ ਉਹਨੇ ਚੋਰੀ ਕੀਤੀ ਹੈ? ਇਹ ਸਮਝ ਲਓ ਪੰਜਾਬ ਦਾ ਜਿਹੜਾ ਗੰਦ ਹੈ ਉਹ 20 ਸਾਲਾਂ ਦਾ ਪਿਆ। ਜਿਵੇਂ ਘਰ ਦੇ ਵਿੱਚ ਵੈਕਿਊਮ ਕਲੀਨਰ ਨਾਲ ਨਹੀਂ ਆਪਾਂ ਗੰਦ ਸਾਫ਼ ਕਰੀਦਾ, ਉਹਦੇ ਨਾਲ ਇਹ ਗੰਦ ਨਹੀਂ ਪੰਜਾਬ ਦੇ ਭ੍ਰਿਸ਼ਟਾਚਾਰੀ ਲੋਕਾਂ ਦਾ ਹੋ ਸਕਦਾ। ਇਹ ਸਾਫ਼ ਕਰਨ ਲਈ ਤੁਹਾਨੂੰ ਬਲਡੋਜ਼ਰ ਚਾਹੀਦਾ, JCB ਮਸ਼ੀਨ, ਵੱਡੇ ਪੱਧਰ ਦੇ ਉੱਤੇ ਵਿਜੀਲੈਂਸ ਦਾ ਸਟਾਫ ਵਧਾਉਣ ਦੀ ਵੀ ਲੋੜ ਹੈ, ਉਹਨਾਂ ਨੂੰ ਤਾਕਤਾਂ ਵੀ ਵੱਧ ਦੇਣ ਦੀ ਲੋੜ ਹੈ। ਇਹਦੇ ਨਾਲ ਮੈਂ ਪੰਜਾਬ ਦੀ ਅਫਸਰਸ਼ਾਹੀ ਨੂੰ ਵੀ ਕਹਿਣਾ ਚਾਹੁੰਦਾ ਕਿ ਲੋਕਾਂ ਦੇ ਮਨ ਦੇ ਵਿੱਚ ਇੱਕ ਧਾਰਨਾ ਇਹ ਵੀ ਬਣੀ ਹੋਈ ਸੀ ਕਿ ਪੋਲੀਟੀਸ਼ੀਅਨ ਤੇ ਜਿਹੜੀ ਬਿਊਰੋਕ੍ਰੇਸੀ ਉਹ ਰਲੀ ਹੋਈ ਆ ਵੀ ਚੋਰ ਕੁੱਤੀ ਇੱਕੋ ਹੀ ਨੇ। ਇਹ ਧਾਰਨਾ ਤੋੜਨ ਦਾ ਤੁਹਾਡੇ ਕੋਲ ਮੌਕਾ ਆ ਗਿਆ, ਕਿਉਂਕਿ ਸਾਰੀ ਸਰਕਾਰ ਅਫਸਰਸ਼ਾਹੀ ਦੇ ਉੱਤੇ, ਸਿਰ ਦੇ ਉੱਤੇ ਚੱਲ ਰਹੀ ਹੈ। ਤੁਸੀਂ ਕਮ ਸੇ ਕਮ ਲੋਕਾਂ ਦੇ ਵਿੱਚ ਇਹ ਵਿਸ਼ਵਾਸ ਪੈਦਾ ਕਰੋ ਕਿ ਜੇ ਕੋਈ ਪੁਰਾਣੇ ਸਮਿਆਂ ਦੇ ਵਿੱਚ ਗਲਤ ਹੁੰਦਾ ਰਿਹਾ, ਉਹ ਅਸੀਂ ਨਹੀਂ ਸੀ ਕਰਨਾ ਚਾਹੁੰਦੇ। ਸਾਡੇ ਕੋਲੋਂ ਪੋਲੀਟੀਸ਼ੀਅਨ ਗਲਤ ਨੀਤੀਆਂ ਬਣਾਉਂਦੇ ਰਹੇ ਜਾਂ ਗਲਤ ਕਰਾਉਂਦੇ ਰਹੇ ਆ, ਔਰ ਇਸ ਚੀਜ਼ ਦੇ ਉੱਤੇ ਜੇ ਤੁਸੀਂ ਪਹਿਰਾ ਦਿਓਗੇ ਤੇ ਪੰਜਾਬ ਦੇ ਪ੍ਰਤੀ ਤੁਸੀਂ ਆਪਣਾ ਸੱਚਾ ਜਿਹੜਾ ਫਰਜ਼ ਅਦਾ ਕਰ ਸਕਦੇ ਹੋ, ਕਿਉਂਕਿ 20 ਸਾਲ ਬਾਅਦ ਤੁਹਾਨੂੰ ਮੌਕਾ ਮਿਲਿਆ ਆਪਣੀ ਮਰਜ਼ੀ ਨਾਲ ਕੰਮ ਕਰਨ ਦਾ। ਸੋ ਉਸ ਕੰਮ ਦਾ ਜਨਤਾ ਨੂੰ ਫਾਇਦਾ ਵੀ ਹੋਣਾ ਚਾਹੀਦਾ ਔਰ ਤੁਹਾਡੇ ਪਰਿਵਾਰ ਦੀ ਤੇ ਤੁਹਾਡੀ ਸ਼ੋਭਾ ਵੀ ਹੋਣੀ ਚਾਹੀਦੀ ਆ ਕਿ ਅਫਸਰਸ਼ਾਹੀ ਨੇ ਬਿਲਕੁਲ ਠੀਕ ਕੰਮ ਕੀਤਾ ਸੀਗਾ, ਇਹਨਾਂ ਦੇ ਹੱਥ 'ਚ ਰਾਜ ਭਾਗ ਆ ਜੇ ਤੇ ਬਿਲਕੁਲ ਦਰੁਸਤ ਹੋ ਸਕਦਾ। ਸੋ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ, ਜਿੰਨੀ ਵੀ ਅਫਸਰਸ਼ਾਹੀ ਆ, ਬਿਊਰੋਕ੍ਰੇਸੀ ਹੈ, ਕਿ ਜੁਆਇਨਿੰਗ ਵੇਲੇ ਜਿਹੜੀ ਤੁਹਾਨੂੰ ਸਹੁੰ ਖਵਾਈ ਜਾਂਦੀ ਹੈ ਨਾ, ਉਹਦੇ ਉੱਤੇ ਪਹਿਰਾ ਦਿਓ ਬਜਾਏ ਪੋਲੀਟੀਸ਼ੀਅਨ ਦੇ ਗਲਤ ਹੁਕਮਾਂ ਦੇ ਉੱਤੇ, ਚਾਹੇ ਉਹ ਕਿਸੇ ਵੀ ਪਾਰਟੀ ਨਾਲ ਤੇ ਕਿਸੇ ਵੀ ਸਰਕਾਰ ਦੇ ਹੋਣ। ਉਹਦੇ ਉੱਤੇ ਪਹਿਰਾ ਦੇਣ ਨਾਲੋਂ ਜੋ ਤੁਹਾਨੂੰ ਸਹੁੰ ਖਵਾਈ ਗਈ ਆ ਉਸ ਜ਼ਿੰਮੇਵਾਰੀ ਦੇ ਉੱਤੇ ਪਹਿਰਾ ਦੇਣਾ ਤੁਹਾਡਾ ਬਣਦਾ। ਸੋ ਮੈਂ ਅਖੀਰ ਦੇ ਵਿੱਚ ਦੁਬਾਰਾ ਜਿਹੜੇ DGP ਵਿਜੀਲੈਂਸ ਨੇ ਵਰਿੰਦਰ ਸ਼ਰਮਾ ਤੇ SSP ਮਨਮੋਹਨ ਸ਼ਰਮਾ, ਉਹਨਾਂ ਨੂੰ ਮੈਂ ਫਿਰ ਕਹਿਣਾ ਕਿ ਤੁਸੀਂ, ਮਨਮੋਹਨ ਸ਼ਰਮਾ ਨੇ ਕਰੋੜ ਰੁਪਏ ਦੇ ਲਾਗੇ ਚਾਗੇ ਦੀ ਜਿਹੜੀ ਰਿਸ਼ਵਤ ਠਕਰਾਈ ਹੈ ਔਰ ਉਹ ਬੰਦੇ ਨੂੰ ਫੜ ਕੇ ਅੰਦਰ ਦਿੱਤਾ, ਬਿਲਕੁਲ ਉਹ ਸ਼ਲਾਘਾਯੋਗ ਕੰਮ ਹੈ। ਤੁਸੀਂ ਜੋ ਪੰਜਾਬ ਦੇ ਪ੍ਰਤੀ ਦੋਵਾਂ ਨੇ ਆਪਣਾ ਫਰਜ਼ ਨਿਭਾਇਆ, ਮੈਂ ਦਿਲੋਂ ਤੁਹਾਨੂੰ ਸਲੂਟ ਕਰਦਾ ਤੇ ਤੁਹਾਡਾ ਇਹ ਧੰਨਵਾਦ ਕਰਦਾ। ਔਰ ਮੈਂ ਇਹ ਜ਼ਰੂਰ ਤੁਹਾਨੂੰ ਦੋਵਾਂ ਨੂੰ ਕਹਿਣਾ ਚਾਹੁੰਦਾ ਕਿ ਆਪਣਾ ਫਰਜ਼ ਨਿਭਾਉਂਦੇ ਰਹੋ। ਕੋਈ ਤੁਹਾਡਾ ਸਾਥ ਦਵੇ ਨਾ ਦਵੇ ਦੁਨਿਆਵੀ ਤੌਰ ਦੇ ਉੱਤੇ, ਪਰਮਾਤਮਾ ਸਾਰਾ ਕੁਝ ਦੇਖ ਰਿਹਾ। ਪਰਮਾਤਮਾ ਕਿਤੇ ਨਾ ਕਿਤੇ ਇਹਦਾ ਫਲ ਤੁਹਾਨੂੰ ਜਾਂ ਤੁਹਾਡੇ ਬੱਚਿਆਂ ਨੂੰ ਜਾਂ ਤੁਹਾਡੀ ਆਉਣ ਵਾਲੀ ਪੀੜ੍ਹੀ ਨੂੰ ਜ਼ਰੂਰ ਦਊਗਾ। ਤੁਹਾਡੇ ਲਈ ਜਿਹੜੇ ਬੰਦੇ ਵੀ ਇਮਾਨਦਾਰ ਨੇ, ਉਹਨਾਂ ਲਈ ਮੈਂ ਇਹ ਲੈਣਾ ਕਹਿ ਕੇ ਸਮਾਪਤੀ ਕਰਨ ਲੱਗਾ ਕਿ ਆਪਣੀ ਜ਼ਿੰਮੇਵਾਰੀ ਆਪਣੇ ਫਰਜ਼ ਨਾਲ ਨਿਭਾਓ, ਆਪਣੀ ਨੀਅਤ ਨਾਲ ਤੇ ਆਪਣੀ ਜ਼ਮੀਰ ਨਾਲ ਨਿਭਾਓ। ਇਹ ਉਹਨਾਂ ਸਾਰੇ ਇਮਾਨਦਾਰ ਅਫਸਰਾਂ ਲਈ ਹੈ ਕਿ ਇਹ ਚਾਰ ਲੈਣਾ ਜਿਹੜੀਆਂ ਮੈਂ ਬੋਲਣ ਲੱਗਾ ਕਿ ਟੂਟੇਂਗੀ ਤਲਵਾरें टकरा कर तुमसे, टूटेंगी तलवारें टकरा कर तुमसे, हो जाएंगे दुश्मन के तरकश खाली, हर मैदान जंग में तुम बेखौफ लड़ो, वक्त से पहले मौत नहीं आने वाली। किसी तो घबराउण दी लोड़ नहीं, परमात्मा दे प्रति जवाब दिओ, ना कि लोकां इन्हां भ्रिष्ट पॉलिटिशियनां दे प्रति।